You are a minister, you ought to know it. You should know it. Thank you. You are ex-serviceman, you ought to know all this detail, and especially you should have known today. Anyway, now cut this story short. Promise ਕੀਤਾ ਜਾਂਦਾ ਮੈਂ ਗੈਲਰੀ ਅਵਾਰਡ ਵਿਨਰ ਆ ਮੈਂ ਉੱਥੇ ਉਹਨਾਂ ਨੂੰ ਕਹਿੰਦਾ ਵੀ ਮੇਰੀ ਐਨਓਟੀ ਦਾ ਕੀ ਹੋਇਆ ਕਹਿੰਦੇ ਜੀ ਖਜ਼ਾਨੇ 'ਚੋਂ ਪੈਸੇ ਨਹੀਂ ਮਿਲੇ ਖਜ਼ਾਨੇ ਬਾਕੀ ਪੈਸੇ ਸਭ ਜਗ੍ਹਾ ਵੰਡੇ ਜਾ ਰਹੇ ਨੇ ਪੰਜਾਬ ਫੌਜੀਆਂ ਵਾਸਤੇ ਖਜ਼ਾਨੇ 'ਚੋਂ ਪੈਸੇ ਨਹੀਂ ਮਿਲੇ ਮੈਂ ਸੁਣੋ ਮੇਰੀ ਅਗਲੀ ਗੱਲ ਵੀ ਸੁਣੋ ਮੈਨੂੰ ਸਾਰੇ ਸਵਾਲ ਕਰ ਲੈਣ ਨਹੀਂ ਕੋਈ ਨਹੀਂ ਗੈਲਰੀ ਅਵਾਰਡ ਵਿਨਰ ਨੂੰ 71 ਦੀ ਲੜਾਈ ਤੋਂ ਬਾਅਦ ਉਦੋਂ ਪਹਿਲਾਂ ਨਹੀਂ ਸੀ 71 ਦੀ ਲੜਾਈ ਤੋਂ ਬਾਅਦ ਇਹ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਜ਼ਮੀਨ ਅਲਾਟ ਹੋਏਗੀ ਜ਼ਮੀਨਾਂ ਅਲਾਟ ਹੋਈਆਂ ਕੁਛ ਨੂੰ ਹੋਈਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਕੁਛ ਨੂੰ 3-3 4-4 ਗੁਣਾ ਹੋਈਆਂ ਉਹ ਕਿਹਨਾਂ ਨੂੰ ਹੋਈਆਂ ਜਿਹੜੇ ਸਿਆਸਤੀ ਪਾਰਟੀਆਂ ਦੇ ਨਾਲ ਜੁੜੇ ਹੋਏ ਸੀ ਮੈਂ ਬਗੜੇ ਦੁੱਲਤ ਹੁਣੇ ਤੁਹਾਡੇ ਕੋਲ ਵਾਪਸ ਆ ਰਿਹਾ ਸਾਨੂੰ ਇੱਕ ਬ੍ਰੇਕ ਜਾਣ ਦੀ ਲੋੜ ਹੈਗੀ ਆ ਇੱਥੇ ਅਸੀਂ ਰੁਕਦੇ ਹਾਂ ਇੱਕ ਛੋਟੀ ਜੀ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਅਸੀਂ ਸਾਬਕਾ ਫੌਜੀਆਂ ਦੀਆਂ ਮੁਸ਼ਕਲਾਂ ਉੱਤੇ ਗੱਲਬਾਤ ਜਾਰੀ ਰੱਖਾਂਗੇ ब्रेक तो बाद तुहाडा स्वागत है असी चर्चा कर रहे हैं अगली सरकार तो साबका फौजियां दियां की आशावां ने बिगड़े दुल्लत तुसी गल कर रहे सी कि पिछली लड़ाई तो बाद उन्होंने कुछ जो बंदियां नूं ते जमीन दित्ती है और कुछ बंदियां नूं कहा सी भी जमीन दे बदले तुहानूं पैसे मिलणगे जिहड़े बहुत थोड़े मिले आ मैं इहदे नाल एक होर चीज कहना चाहुंदा कई बंदियां नूं इन्हां ने जमीन भी दित्ती है ते पैसे भी दित्ते हैं ते पैसे भी जमीन भी कई गुणा दित्ती है जिन्नी होनी चाहिए कईयां नूं ओके इस सरकार ने या पहले सरकारां ने इन्हां दी सरकार ने जी और ਅੱਗੇ ਜਿਹੜੀ ਹੈ ਕਈ ਬੰਦਿਆਂ ਨੂੰ ਕਈ ਗੈਰੰਟੀ ਅਵਾਰਡ ਵਿਨਰ ਨੂੰ ਮਹਾਵੀਰ ਚੱਕਰ ਗੈਰੰਟੀ ਅਵਾਰਡ ਵਿਨਰ ਨੇ ਉਹਨਾਂ ਨੂੰ ਹੁਣ ਤੱਕ ਜ਼ਮੀਨ ਨਹੀਂ ਦਿੱਤੀ ਉਹਨਾਂ ਦੇ ਨਾਲ ਹੀ ਉਸੇ ਡੇਟ ਤੇ ਦੋ ਬੰਦਿਆਂ ਨੂੰ ਗੈਰੰਟੀ ਅਵਾਰਡ ਮਿਲਿਆ ਉਸ ਤੋਂ ਉਹਨਾਂ ਨੂੰ ਇੱਕ ਹੋਰ ਅਫਸਰ ਨੂੰ ਪਹਿਲਾਂ ਮਿਲਿਆ ਉਹਨੂੰ ਹਾਲ ਤੱਕ ਜ਼ਮੀਨ ਨਹੀਂ ਦਿੱਤੀ ਗਈ ਇਹ ਕਿਉਂ ਨਹੀਂ ਦਿੱਤੀ ਗਈ ਇਹਨਾਂ ਨੂੰ ਪਤਾ ਹੋਣਾ ਹਾਂਜੀ ਕੈਪਟਨ ਬਾਤ ਇਹ ਕੇਸ ਇਹ ਦੁੱਲ ਸਾਹਿਬ ਠੀਕ ਕਹਿੰਦੇ ਨੇ ਹੋਇਆ ਮੈਨੂੰ ਬੰਦਿਆਂ ਦੇ ਨਾਮ ਦੀ ਅਫਸਰ ਸਾਹਿਬਾਨ ਦੇ ਨਾਮਾਂ ਦਾ ਵੀ ਪਤਾ ਹੈ ਜੀ ना लेना कोई मेरे ख्याल बहुत वाजिब गल नहीं हुई है किते गल ते मेरे कोल पहला हुई फेयर इनफ हां जी मैं तो हुणे मतलब की एक्शन लिया उन्हां दे खिलाफ जिन्हां नूं इस तरह दी ਇਹੋ ਜੀ ਇਰੈਗੂਲਰਿਟੀ ਇਹੋ ਜੀ ਇਰੈਗੂਲਰਿਟੀ ਤਾਂ ਮੇਰੇ ਕੋਲ ਨਹੀਂ ਹੈ ਜ਼ਮੀਨਾਂ ਅਲਾਟਮੈਂਟ ਦਾ ਆਇਆ ਉਹਨਾਂ ਨੂੰ ਜ਼ਮੀਨਾਂ ਮਿਲ ਗਈਆਂ ਨੇ ਉਹਨਾਂ ਨੇ ਮਹਾਵੀਰ ਚੱਕਰ ਜਿਹਨਾਂ ਦੋ ਲੈ ਉਹਨਾਂ ਨੂੰ ਜ਼ਮੀਨਾਂ ਮਿਲ ਗਈਆਂ ਹਨ ਕੇਸ ਐਸੇ ਹਨ ਇੱਕ ਦੋ ਜਿਹਨਾਂ ਨੂੰ ਨਹੀਂ ਮਿਲੀ ਜਿਹਨਾਂ ਜ਼ਮੀਨਾਂ ਜਿਹਨਾਂ ਨੂੰ ਨਹੀਂ ਮਿਲੀ ਉਹਨਾਂ ਨੇ ਪਿੱਛੇ ਆਪਣੇ ਜਦੋਂ ਕੈਬਨਿਟ ਮੀਟਿੰਗ ਇਹਨਾਂ ਦੀ 50% ਅਨਾਉਂਸਮੈਂਟ ਦੀ ਗੱਲ ਕੀਤੀ ਹੈ ਇਹ ਕੇਸ ਵੀ ਹੈ ਟ੍ਰੈਜਡੀ ਇਹ ਹੈ ਸੰਧੂ ਸਾਹਿਬ ਕਿ ਪੰਜਾਬ ਚੋਂ ਜ਼ਮੀਨਾਂ ਹੈ ਨਹੀਂ ਕਿੱਥੋਂ ਦਈਏ ਸਰ ਜਿੰਨਾ ਕਹਿ ਰਿਹਾ ਤੇ ਕਈਆਂ ਨੂੰ ਦੋ ਵਾਰੀ ਮਿਲੀਆਂ ਕੈਪਟਨ ਬਾਰ ਜਸਟ ਅ ਸੈਕਿੰਡ ਸਰ ਜੀ ਤੇ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਨੇ ਖਾਲੀ ਪਈਆਂ ਨੇ ਦੇ ਸਕਦੇ ਆ ਉਹ ਲੋਕ ਛੱਡਣ ਨੂੰ ਤਿਆਰ ਨਹੀਂ ਉਹ ਲੜਾਈ ਕੌਣ ਲੜੂਗਾ ਉਹ ਸਰਕਾਰ ਲੜਨ ਨੂੰ ਤਿਆਰ ਨਹੀਂ ਵੀ ਕਿਹਨਾਂ ਛਿੱਤਰੀ ਹੋਣਗੇ ਇਹ ਲੋਕ ਲੜਨ ਨੂੰ ਤਿਆਰ ਨਹੀਂ ਕੋਈ ਸ਼ਾਮਦਾਰ ਜੀ ਇੰਨੀ ਜ਼ਮੀਨ ਮੈਂ ਕਹਾਂਗਾ ਬਾਤ ਸਾਹਿਬ ਇੱਕ ਚੀਜ਼ ਮੈਂ ਦੱਸੋ ਕੰਪਲੀਟ ਕਰ ਲਓ ਹਾਂ ਤੁਸੀਂ ਕਰੋ ਇੱਕ ਗੱਲ ਕਰ ਲੈਂਦੇ ਹੋ ਹਾਂਜੀ ਹਾਂਜੀ ਕੈਪਟਨ ਥੋੜਾ ਬਰੀਫਲੀ ਹਾਂਜੀ ਇਹਨਾਂ ਨਾਲ ਇਸ ਮੁੱਦੇ ਤੇ ਆਣ ਕੇ ਉਸ ਜ਼ਮੀਨ ਦੇ ਬਦਲੇ ਜੇ ਜ਼ਮੀਨ ਹੈ ਨਹੀਂ ਤੇ ਪੈਸੇ ਦਿੱਤੇ ਜਾਣਗੇ ਕਿੰਨੇ ਦਿੱਤੇ ਜਾਣਗੇ ਇਹ ਅਗਲੇ ਮੈਂ ਤੁਹਾਨੂੰ ਆ ਵੀ ਜੇ ਤੁਹਾਡੀ ਪਾਰਟੀ ਦੁਬਾਰਾ ਸਰਕਾਰ ਬਣਾਉਂਦੀ ਆ ਇਹ ਜਨਰਲ ਐਗਰੀਮੈਂਟ ਸੀ ਇਹਨਾਂ ਸਾਰੇ ਗੈਲੰਟੀ ਅਵਾਰਡ ਦੀ ਨਾਲ ਔਨ ਦੀ ਟੇਬਲ ਸੋ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਵਾਸਤੇ ਵੋਟ ਪਾਓ ਜੇ ਅਸੀਂ ਸਰਕਾਰ ਦੁਬਾਰਾ ਆਉਣੇ ਆ ਤੇ ਤੁਹਾਨੂੰ ਜ਼ਮੀਨ ਦੇਵਾਂਗੇ ਇਹਨਾਂ ਨੇ ਕਿਹਾ ਜਿੱਥੇ ਅੱਜ ਜ਼ਮੀਨ ਦਾ 30-40 ਲੱਖ ਰੁਪਏ ਏਕੜ ਰੇਟ ਹੈ ਇਹਨਾਂ ਨੇ ਕਿਹਾ ਤੁਹਾਨੂੰ 1 ਲੱਖ ਰੁਪਏ ਏਕੜ ਦੇ ਦਾਂਗੇ ਕੈਪਟਨ ਜਵੰਦਾ ਸਰਕਾਰ ਦੀਆਂ ਆਪਣੀਆਂ ਮੁਸ਼ਕਲਾਂ ਹੁੰਦੀਆਂ ਮੈਨੂੰ ਇਹ ਦੱਸੋ ਕਿ ਜੇ ਕਾਂਗਰਸ ਗਵਰਨਮੈਂਟ ਕਾਂਗਰਸ ਪਾਰਟੀ ਜੇ ਸਰਕਾਰ ਬਣਾਉਂਦੀ ਆ ਤੇ ਐਕਸ ਸਰਵਿਸਮੈਨ ਸਾਬਕਾ ਫੌਜੀਆਂ ਵਾਸਤੇ ਕੀ ਕਰਨਗੇ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਜਿਹੜਾ ਹੈਗਾ ਸਾਡਾ ਇੰਟੈਂਸ਼ਨ ਅਸੀਂ ਈਅਰ 2003-4 ਚ ਜੀ 14.7 ਕਰੋੜ ਸੀਗਾ ਫॉर द डिपार्टमेंट ਆਪਣਾ ਥੋੜਾ ਨਾ ਐਂਡ ਲਾਸਟ ਉਹ ਹੁੰਦਾ ਸਮਾਂ ਬੜਾ ਥੋੜਾ ਆਪਾਂ ਅੱਗੇ ਦੀ ਤੁਸੀਂ ਕੀ ਕਰਨ ਜਾ ਰਹੇ 40 ਕਰੋੜ ਸੀ ਜੀ ਇਨ ਲਾਸਟ ਬਜਟ ਐਂਡ ਇਹਨਾਂ ਦਾ ਇਜ਼ ਆਈ ਥਿੰਕ ਅਬਾਊਟ 25 ਕਰੋੜ ਟੂ ਦ ਡਿਪਾਰਟਮੈਂਟ ਨਾਓ ਓਕੇ ਨਾਓ they are in a bag laya hua hai fauji department the thing is they have not gone forward jinne funds allocated will you go forward we will go forward because as I've shown you in the past ji we have always increased the budget okay jinna budget hoga one ਹੋਰ ਕੀ ਕਰੋਗੇ and we will increase the budget and we have got this as we have said one rank one pension we are going to fight for it disability pension rehabilitation and dignity of ex-servicemen okay we are going to have in the Chief Minister's office a cell which will redress discretionary grievance I. All officers will be pulled up who do not redress and give due respect to servicemen as they deserve.
This I'm saying for serving as well as ex, ਓਕੇ because this applies to serving personnel also. ਠੀਕ ਹੈ Then parity of pay of those employed. ਅੱਜ ਇਹਨਾਂ ਦੇ ਵਿਭਾਗ ਦੇ ਵਿੱਚ people are disgruntled because ਉਹਨਾਂ ਨਾਲ parity ਨਹੀਂ ਹੈ ਪੇਜ ਦੀ, ਓਕੇ ਬੇਇਨਸਾਫੀ ਹੋ ਰਹੀ ਹੈ। ਇਹਨਾਂ ਨੂੰ ਪੁੱਛ ਲਓ ਸੈਨਿਕ ਵਿਭਾਗ ਜੇ ਐਜੀਟੇਸ਼ਨ ਅੱਜ ਚੱਲ ਰਹੀ ਹੈ। Colonels who are employed, they are getting accommodation and status of people far below their rank ਓਕੇ in the Sainik this thing. We will see that all people who are re-employed in service get their full dignity, full pension, and it should not be less than the last paid wrong. Some officer was telling me that ਜਿਹੜੀ ਉਹਨੂੰ pension ਮਿਲਦੀ ਹੈ ਉਹ ਹੁੰਦੀ pay ਨਾਲੋਂ ਵੱਧ ਹੈ, and that is happening in the ਜੀ department. ਤੁਹਾਨੂੰ ਕੀ ਲੱਗਦਾ ਵਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਦੇਖੀ ਹੈ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੀ ਵੇਖੀ ਹੈ, ਤੁਹਾਨੂੰ ਕੀ ਲੱਗਦਾ ਵੀ ਸਾਬਕਾ ਫੌਜੀਆਂ ਵਾਸਤੇ ਇਹਨਾਂ ਦੋਵਾਂ ਸਰਕਾਰਾਂ ਚੋਂ ਕਿੰਨੇ ਜ਼ਿਆਦਾ ਕੰਮ ਕੀਤਾ? ਮੇਰੇ ਐਸਟੀਮ ਦੇ ਵਿੱਚ ਕੈਪਟਨ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਨੇ ਗੈਲੈਂਟਰੀ ਵਾਰਡ ਵਾਸਤੇ ਇਨ ਵਨ ਟਾਈਮ ਐਨਹਾਂਸਮੈਂਟ ਬਹੁਤ ਅੱਛੀ ਕੀਤੀ ਜੀ ਇਹਨਾਂ ਦੀ ਸਰਕਾਰ ਨੇ ਵੀ ਕੀਤੀ, ਉਹ ਮਨਪ੍ਰੀਤ ਨੇ ਕੀਤੀ, ਹੋਰ ਕਿਸੇ ਨੇ ਨਹੀਂ ਕੀਤੀ। ਆਈ ਐਮ ਸੌਰੀ ਟੂ ਸੇ ਬਟ ਆਈ ਹੈਵ ਟੂ ਟੈਲ ਯੂ, ਮਨਪ੍ਰੀਤ ਨੇ ਜਿਹੜਾ ਐਨਹਾਂਸਮੈਂਟ ਕੀਤੀ ਸੀ ਉਹ 40% ਵਧਾਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਆਲਮੋਸਟ 200% ਵਧਾਈ ਸੀ। ਪਰ ਇਹ ਸਰਕਾਰ ਨੇ ਇੱਕ ਬੜੀ ਸ਼ਲਾਘਾਯੋਗ ਕੰਮ ਕੀਤਾ ਵਾ, ਜਿਹੜੇ ਨੌਜਵਾਨ ਅਫਸਰ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਟ੍ਰੇਨਿੰਗ ਸੈਂਟਰ ਖੋਲਿਆ ਮੋਹਾਲੀ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਉਹ ਅਸੀਂ ਸਾਰੇ ਪ੍ਰਸ਼ੰਸਾ ਕਰਦੇ ਹਾਂ ਜੀ। ਜਦੋਂ ਰਿਜ਼ਲਟ ਆਉਣਗੇ ਫਿਰ ਹੋਰ ਵੀ ਪ੍ਰਸ਼ੰਸਾ ਕਰਾਂਗੇ, ਬਟ ਲੈਟ ਅਸ ਸੀ ਵਾਟ ਰਿਜ਼ਲਟਸ ਕਮ ਅਬਾਊਟ। Let me tell you, correct you on this. ਜੀ We had opened 7 vocational training centers, and ਜਿੱਥੇ ਕੀ ਕਹਿੰਦੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ for ex-servicemen। ਪਰ ਉਹਦਾ ਕੀ ਰਿਜ਼ਲਟ ਹੋਇਆ? ਹਾਲੇ ਵੀ ਫੌਜ ਦੇ ਵਿੱਚ ਬਹੁਤ ਘੱਟ ਪੰਜਾਬੀ ਜਾ ਰਹੇ ਆ। ਦੇਖੋ ਜੀ, the thing is it will take time, ਪਰ we had opened 7 this thing during their government। ਇਹਨਾਂ ਨੇ ਇੱਕ ਗੁਰਦਾਸਪੁਰ ਤੇ ਇੱਕ ਹੋਰ ਫਤਿਹਗੜ੍ਹ ਸਾਹਿਬ ਖੋਲਣ ਦੀ ਕੋਸ਼ਿਸ਼ ਕੀਤੀ, that also did not take place। ਕੈਪਟਨ ਜੋਂਦਾ ਇੱਕ ਸਾਡੇ ਨਾਲ ਕਾਲਰ ਜੁੜੇ ਆ, ਮੈਂ ਪੁੱਛਣਾ ਚਾਹੁੰਦਾ ਜੀ ਕਿੱਥੋਂ ਬੋਲ ਰਹੇ ਹੋ ਔਰ ਕੌਣ ਬੋਲ ਰਹੇ ਤੁਸੀਂ? ਜੀ ਸਰ ਮੈਂ ਗੋਬਿੰਦ ਸਿੰਘ ਬੋਲਦਾ ਜੀ ਜੀ ਸਰ ਸਤਿ ਸ੍ਰੀ ਅਕਾਲ, ਮੈਂ ਸਾਰੇ ਫੌਜੀ ਵੀਰਾਂ ਨੂੰ ਨਮਸਕਾਰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਰ ਜੀ ਮੈਂ ਜੇ ਕਹਿ ਰਹੇ ਨੇ ਵੀ ਸਰਕਾਰ ਜੋ ਫੌਜ ਦੇ ਵਿੱਚ ਲੜ ਕੇ ਜਿਹਨੇ ਫੌਜੀਆਂ ਲੜਾਈ ਕੀਤੀ ਜੀ ਉਹਨਾਂ ਤੇ ਵੀ ਧਰਨੇ ਲਾ ਕੇ ਆਪਦੇ ਲਈ ਪੇ ਚਾਹੁੰਦੇ ਨੇ ਜੀ। ਜੇ ਜੋ ਸਰਕਾਰ ਕਹਿੰਦੇ ਬਣ ਕੇ ਆਈ ਹੈ, ਜੋ ਸਰਕਾਰ ਦੇ ਆਈ ਸੀ ਬਾਦਲ ਸਾਹਿਬ ਦੀ ਸਰਕਾਰ ਆਈ ਸੀ ਜੀ, ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਦਿੱਤਾ ਸੀ ਵੀ ਅਸੀਂ ਰਾਜ ਨਹੀਂ ਸੇਵਾ ਦੇਵਾਂਗੇ ਜੀ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਦੇਵਾਂਗੇ ਜੀ। ਜੋ ਇਹਨਾਂ ਨੇ ਤਾਂ ਆਪਦੀ ਰਾਜ ਦੀ ਸੇਵਾ ਦੇ ਲਈ ਤਾਂ ਇਹਨਾਂ ਨੇ ਰਾਜ ਮੰਗਿਆ ਸੀ ਲੋਕਾਂ ਤੋਂ, ਕਹਿੰਦਾ ਤੇ ਆਪਦੀ ਇਹਨਾਂ ਨੇ ਆ ਕੇ ਤਨਖਾਹ ਵਧਾ ਲਈ ਆਪਦੀ ਮੌਜ ਨਾਲ। ਇਹਨਾਂ ਨੂੰ ਦੱਸੋ ਕੀ ਤਾਂ ਪੁੱਛ ਕੇ ਤਨਖਾਹ ਵਧਾਈ ਆਪਦੀ ਲੀਡਰਾਂ ਨੇ ਜਾਂ ਮੰਤਰੀਆਂ ਨੇ ਜੀ? ਨਹੀਂ ਨਹੀਂ, ਆਪਾਂ ਸਾਬਕਾ ਫੌਜੀਆਂ ਦੀ ਦਿੱਕਤਾਂ ਬਾਰੇ ਗੱਲ ਕਰ ਰਹੇ ਹਾਂ, ਉਹਦੇ ਬਾਰੇ ਕੋਈ ਸਵਾਲ ਹੈ ਤੁਹਾਡੇ ਕੋਲ? ਇਹਨਾਂ ਦੇ ਸਵਾਲ ਵਾਸਤੇ ਇਹਨਾਂ ਨੇ ਵੀਰਾਂ ਨੇ ਜੋ ਆਪਦੀ ਇਹਨਾਂ ਨੂੰ ਗਵਰਨਮੈਂਟ ਨੂੰ ਇਹਨਾਂ ਦੀ ਜੋ ਚਾਹੁੰਦੇ ਆ ਗਿਆ ਇਹਨਾਂ ਨੂੰ ਮਿਲਣਾ ਚਾਹੀਦਾ, ਜੋ ਇਹਨਾਂ ਨੇ ਆਪਦੀ ਜ਼ਿੰਦਗੀ ਪਰਿਵਾਰ ਤੋਂ ਦੂਰ ਹੋ ਕੇ ਰਹਿ ਕੇ ਕਿਵੇਂ ਇਹਨਾਂ ਨੇ ਜੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਤੋਂ ਵੀ ਸਵਾਲ ਪੁੱਛਣਾ ਚਾਹੁੰਦਾ। ਕੀ ਸਵਾਲ ਹੈ ਜੀ ਤੁਹਾਡਾ? ਕੌਣ ਬੋਲ ਰਹੇ ਤੁਸੀਂ? ਹੈਲੋ ਹਾਂਜੀ, ਕੌਣ ਬੋਲ ਰਹੇ ਤੁਸੀਂ? ਮੈਂ ਕੈਪਟਨ ਰੀਤ ਐਮਪੀ ਸਿੰਘ ਬੋਲ ਰਿਹਾ ਜੀ, ਪਟਿਆਲੇ ਤੋਂ। ਜੀ ਜੀ। ਮੇਰੇ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਮਿਨਿਸਟਰ ਸਾਹਿਬ ਦੇ ਧਿਆਨ 'ਚ ਲਿਆਉਣੀਆਂ ਚਾਹੁੰਦਾ। ਕੈਪਟਨ ਰੀਤ ਐਮਪੀ ਸਿੰਘ, ਤੁਸੀਂ ਵਾਰਡ ਡੈਕੋਰੇਟਡ ਦੇ ਸ਼ਾਇਦ ਆਫਿਸ ਬੇਅਰਰ ਵੀ ਜੇ, ਵੀਰ ਚੱਕਰਾ ਹੋਲਡਰ ਜੇ ਤੁਸੀਂ? ਹਾਂਜੀ, ਮੈਂ ਵੀਰ ਚੱਕਰ ਹੋਲਡਰ ਹਾਂ ਔਰ ਮੈਂ ਵਾਰ ਡੈਕੋਰੇਟਡ ਇੰਡੀਆ ਦਾ ਸੈਕਟਰੀਏਟ ਜਨਰਲ ਆ ਜੀ। ਕੀ ਸਵਾਲ ਹੈ ਤੁਹਾਡਾ? ਮੇਰੇ ਦੋ ਸਵਾਲ ਨੇ ਜੀ। ਇੱਕ ਤਾਂ ਜਿਹੜੀ ਐਨੂਟੀ ਜਿਹਨੂੰ ਇਹ ਕਹਿੰਦੇ ਆ ਵਿਚ ਇਜ਼ ਅ ਮੰਥਲੀ ਅਲਾਉਂਸ, ਯੂ ਵਿਲ ਹੈਵ ਟੂ ਹਰੀ ਅਪ ਕੈਪਟਨ ਰੀਤ ਐਮਪੀ ਸਿੰਘ, ਕਿਉਂਕਿ ਸਮਾਂ ਆਪਣਾ ਬਹੁਤ ਥੋੜਾ ਰਹਿ ਗਿਆ ਆਪਣਾ। ਦੋ ਚੀਜ਼ਾਂ ਨੇ ਜੀ ਜਿਹੜੀਆਂ ਮੈਂ ਮਿਨਿਸਟਰ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਜੀ। ਇੱਕ ਤਾਂ ਜਿਹੜਾ ਮੰਥਲੀ ਅਲਾਉਂਸ ਹੈ ਗੈਲੈਂਟਰੀ ਅਵਾਰਡ ਵਿਨਰਸ ਨੂੰ ਦਿੰਦੇ ਆ ਜੀ, ਇਹਨਾਂ ਨੇ ਹੁਣੇ ਗੱਲ ਕੀਤੀ ਸੀ ਕਿ ਐਨਹਾਂਸਡ ਅਮਾਉਂਟ ਨਹੀਂ ਅਸੀਂ ਦਿੱਤੀ, ਬਾਕੀ ਅਸੀਂ ਦੇ ਰਹੇ ਹਾਂ ਜੀ। ਇਹ ਬਿਲਕੁਲ ਸਹੀ ਨਹੀਂ ਹੈ ਜੀ। ਦੂਸਰਾ ਸਵਾਲ? ਦੂਜਾ ਕਿ ਸਾਡੇ ਗੈਲੈਂਟਰੀ ਅਵਾਰਡ ਵਿਨਰਸ ਨੂੰ ਉਹ ਇੱਜ਼ਤ ਨਹੀਂ ਮਿਲਦੀ ਸਰਕਾਰੀ ਦਫ਼ਤਰਾਂ 'ਚ ਜਿਹੜੀ ਕਿ ਉਹਨਾਂ ਦੀ ਬਣਦੀ ਹੈ। ਬਿਲਕੁਲ, ਬਹੁਤ ਵੈਲਿਡ ਸਵਾਲ ਹੈ। ਇਹ ਕੀ ਗੱਲ ਹੈ ਕੈਪਟਨ ਬਾਸਤੀ, ਜਿਹੜੇ ਪੁਰਾਣੇ ਫੌਜੀ ਬਹੁਤ ਉਹਨਾਂ ਦਾ ਗਿੱਲਾ ਵਾ ਕਿ ਉਹਨਾਂ ਦੀ ਇੱਜ਼ਤ ਮਾਨ ਸਤਿਕਾਰ ਉਹਨਾਂ ਨੂੰ ਨਹੀਂ ਮਿਲਦਾ? ਮੈਂ ਇਹਦੇ ਨਾਲ ਸਹਿਮਤ ਹਾਂ ਜੀ। ਇਸ ਗੱਲ ਦੀ ਮੈਨੂੰ ਵੀ ਬੜੀ ਚਿੰਤਾ ਤੇ ਦੁੱਲ ਸਾਹਿਬ ਨੂੰ ਕੀ ਕੀਤਾ ਵੀ ਉਹਨਾਂ ਨੂੰ ਮਾਨ ਸਨਮਾਨ ਮਿਲੇ? ਇਹ ਨਾ ਪਤਾ ਨਹੀਂ ਸਮਾਜਿਕ ਤੌਰ ਤੇ ਨਾ ਦੋ ਗੱਲਾਂ ਨੇ। ਇੱਕ ਤਾਂ ਆਈਐਸ ਲਾਬੀ ਵੱਲੋਂ ਮੈਂ ਕਹਿਣ ਲੱਗਾ, ਸਾਰਾ ਪੰਜਾਬ ਸੁਣ ਰਿਹਾ, ਸਾਰੀ ਕੌਮ ਲਈ ਸੁਣ, ਫੌਜੀ ਅਫਸਰ ਸਾਹਿਬਾਨ ਨੂੰ ਜਾਂ ਆਰਮੀ ਅਫਸਰ ਨੂੰ ਜੋ ਆਦਰ ਮਾਸਕਾਰ ਮਿਲਣਾ ਚਾਹੀਦਾ ਉਹ ਨਹੀਂ ਡਿਆ ਮਿਲ
ਇਹਦੇ ਬਾਰੇ ਮੈਂ ਕੀ ਕੀਤਾ, ਮੇਰਾ ਮਹਿਕਮਾ ਮੈਂ 10-20 ਚਿੱਠੀਆਂ ਆਪਣੇ ਵੱਲੋਂ ਹੀ ਤੇ ਸਾਹਿਬ ਬਾਦਲ ਸਾਹਿਬ ਵੱਲੋਂ ਹੀ ਉਹਨਾਂ ਦਫ਼ਤਰ ਵੱਲੋਂ ਭੇਜੀਆਂ। ਤੁਸੀਂ ਆਪਣੇ ਵੱਲੋਂ ਐਫਰਟ ਕੀਤਾ, ਬੜੀਆਂ ਚਿੱਠੀਆਂ ਕੈਪਟਨ ਜਵੰਦਾ, ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਤੁਸੀਂ ਲੋਕਾਂ ਨੂੰ ਮਾਣ ਸਨਮਾਨ, ਉਹਨਾਂ ਨੂੰ ਇੱਜ਼ਤ ਜਿਹੜਾ ਫੌਜੀ ਡਿਜ਼ਰਵ ਕਰਦਾ ਵਾ, ਉਹ ਸਾਡੇ ਵਾਸਤੇ ਜਾਨ ਵੀ ਦੇਣ ਨੂੰ ਤਿਆਰ ਆ, ਕੀ ਕਰੋਗੇ? ਅਸੀਂ ਜੀ ਕੀ ਕਹਿੰਦੇ ਪੂਰੀ ਇੱਜ਼ਤ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਆਪ ਫੌਜ ਇਹਦੇ ਬਾਰੇ ਤੁਹਾਡੇ ਕੋਲ ਠੋਸ ਪਲਾਨ ਕੀ ਹੈਗਾ? ਦੇਖੋ ਇਹ ਤੇ ਹੁੰਦੀ ਰਹੀ ਹੈ। ਬਿਲਕੁਲ, ਵੀ ਹੈਵ ਗॉट ਅ ਠੋਸ ਪਲਾਨ। ਵੀ ਹੈਵ ਗॉट ਅ ਸੈੱਲ ਇਜ਼ ਹੋਊਗਾ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ, ਐਂਡ it will coordinate with the districts. Any complaint against any officer will go to the chief minister, and that DC or that officer, whatever be his hierarchy, we will have him hauled up to ਸਾਡੇ ਕੋਲ ਸਿਰਫ ਅੱਧਾ ਮਿੰਟ ਰਹਿ ਗਿਆ। ਇਹ ਦੱਸੋ ਕਿ ਜਿਹੜੇ ਜਵਾਨ, ਜਿਹੜੇ ਸੋਲਜਰਸ ਤਾਇਨਾਤ ਨੇ ਹਾਲੀ ਵੀ ਬਾਰਡਰਸ ਤੇ, ਉਹਨਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਵੀ ਬਹੁਤ ਦਿੱਕਤਾਂ ਝੱਲਣੀਆਂ ਪੈਂਦੀਆਂ ਵਾ। ਦੇਖੋ ਜੀ, ਦਿੱਕਤਾਂ ਜੋ ਆ, ਜਿਹੜੇ ਹੁਣ ਗੱਲ ਕਹਿ ਰਹੇ ਸੀ ਕਿ ਇੱਜ਼ਤ ਮਾਣ ਨਹੀਂ ਮਿਲਦਾ, ਸਰਵਿੰਗ ਜਾਂ ਐਕਸ ਸਰਵਿਸਮੈਨ ਦਾ ਇੱਕ ਐਸਐਚਓ ਕੋਲੇ ਚਲਾ ਜਾਏ, ਉਹ ਠੀਕ ਤਰੀਕੇ ਨਾਲ ਗੱਲ ਨਹੀਂ ਕਰਦਾ ਉਹਨਾਂ ਨਾਲ। ਸੋ ਕੀ ਕਰਨ ਦੀ ਲੋੜ ਹੈ ਸਭ ਕੁਝ ਠੀਕ ਕਰਨ ਲਈ? ਉਹਨਾਂ ਨੂੰ ਸਪੈਸ਼ਲ ਆਦਰ ਮਾਣ ਦੇਣਾ ਚਾਹੀਦਾ ਉਹਨਾਂ ਨੂੰ, ਜਦੋਂ ਉਹ ਦੱਸਣ, ਆਪਣਾ ਆਇਡੈਂਟੀਟੀ ਦੇਣ, ਆਇਡੈਂਟੀਟੀ ਜ਼ਰੂਰ ਦੇਣ, ਆਇਡੈਂਟੀਟੀ ਜ਼ਰੂਰ ਦੇਖੋ। ਇਹ ਆਲ ਆਫ ਅ ਸਡਨ ਨਹੀਂ ਹੋਇਆ ਕਿ ਹੁਣ ਨਹੀਂ ਫੌਜੀਆਂ ਨੂੰ 5-7-10 ਸਾਲ ਉੱਤੇ ਨਹੀਂ ਮਿਲਣਾ ਸ਼ੁਰੂ ਹੋਇਆ। ਇਹ ਆਫਟਰ ਦੀ ਪਾਰਟੀ ਸਹੀ ਇਸ ਵਿੱਚ ਆਪਣੇ ਦੇਖੋ ਇੱਕ ਵਾਰ ਡੈਕੋਰੇਟਡ ਸੋਲਜਰ ਨੇ ਆਹ ਗੱਲ ਪੁਆਇੰਟ ਆਊਟ ਕੀਤੀ ਹੈ ਵੀ ਸਾਨੂੰ ਇੱਜ਼ਤ ਨਹੀਂ ਮਿਲਦੀ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ, ਔਰ ਇਹ ਕਿੰਨੇ ਸਾਲ ਹੋ ਗਏ ਆਪਾਂ ਨੂੰ। ਇਹਦੇ ਲਈ ਸਾਨੂੰ ਸਮੁੱਚੇ ਤੌਰ ਤੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਹਦੇ ਲਈ ਆਪਣੇ ਸਟ੍ਰਿਕਟ ਗੱਲ ਕਰਨੀ ਪਏਗੀ। ਇਹ ਨਾ ਇਹਨਾਂ ਦੀ ਗੱਲ, ਕਾਂਗਰਸ ਦੀ ਗੱਲ ਨਾ ਕਰ ਜੀ। ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਆ, ਕੌਣ ਬੋਲ ਰਹੇ ਜੀ ਤੁਸੀਂ? ਮੈਂ ਮੇਜਰ ਜਨਰਲ ਸਤਬੀਰ ਸਿੰਘ ਬੋਲ ਰਿਹਾ। ਹਾਂਜੀ, ਚੇਅਰਮੈਨ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦਾ ਜੀ। ਹਾਂ, ਇਹ ਮੈਂ ਦੇਖ ਰਿਹਾ ਡੇ ਐਂਡ ਨਾਈਟ। ਇਹਦੇ ਉੱਤੇ ਮੇਰਾ ਸਵਾਲ ਹੈ ਕਿ ਜਿਹੜੀ ਡਿਸਕਸ਼ਨ ਹੋ ਰਹੀ ਹੈ ਜੀ, ਇਹ ਸਿਰਫ ਪੋਲੀਟੀਕਲ ਡਿਸਕਸ਼ਨ ਕਰੀ ਜਾ ਰਹੇ ਨੇ। ਕਿਸੇ ਵੀ ਗਵਰਨਮੈਂਟ ਨੇ ਹੁਣ ਤੱਕ ਫੌਜੀਆਂ ਵਾਸਤੇ ਕੋਈ ਕੰਮ ਨਹੀਂ ਕੀਤਾ। ਓਕੇ, ਵਨ ਰੈਂਕ ਵਨ ਪੈਨਸ਼ਨ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਯੂਪੀਏ ਗਵਰਨਮੈਂਟ ਸੈਂਟਰ ਦੀ ਹੈ, ਉਹਨਾਂ ਨੇ 63 ਸਾਲ ਹੋ ਗਏ ਨੇ ਤੋਂ ਜ਼ਿਆਦਾ ਉਹਨਾਂ ਨੇ ਨੌਕਰੀ ਕੀਤਾ, ਆਪਣਾ ਰਾਜ ਕੀਤਾ। ਉਹਨਾਂ ਨੇ ਵਨ ਰੈਂਕ ਵਨ ਪੈਨਸ਼ਨ ਸਾਨੂੰ ਨਹੀਂ ਦਿੱਤੀ, ਉਲਟਾ ਸਾਨੂੰ 73 ਜਦੋਂ ਵਨ ਰੈਂਕ ਵਨ ਪੈਨਸ਼ਨ ਮਿਲਦੀ ਸੀ ਉਹਨੂੰ ਹਟਾ ਕੇ ਤੇ ਉਹਨਾਂ ਨੇ ਉਹ ਬਦਲੀ ਕਰਤੀ। ਸਾਡੀ ਡਿਮਾਂਡ 30 ਸਾਲ ਤੋਂ ਹੈ, ਅਜੇ ਤੱਕ ਨਹੀਂ ਦਿੱਤੀ। ਬਿਲਕੁਲ ਵੈਲਿਡ ਸਵਾਲ ਹੈ ਜੀ, ਕਿਉਂਕਿ ਆਪਣੇ ਕੋਲ ਸਮਾਂ ਬੜਾ ਥੋੜਾ ਰਹਿ ਗਿਆ। ਮੈਂ ਇਹਦਾ ਜਵਾਬ ਵੀ ਲੈਣਾ ਚਾਹੂੰਗਾ। ਕੈਪਟਨ ਜਵੰਦਾ, ਯੂਪੀਏ ਸਰਕਾਰ ਇਸ ਵੇਲੇ ਇਹ ਕਰ ਸਕਦੀ ਹੈ ਵਨ ਰੈਂਕ ਵਨ ਪੈਨਸ਼ਨ ਦਾ ਕਰਾਰ ਕਰ ਸਕਦੀ ਹੈ, and we are going to, and Captain Amrinder Singh is committed to have it done. No, but how is he? I mean, to say he is committed is not enough. Committed. It's a central subject. It's a central subject. We were supposed to take this thing to the Prime Minister because there was some. ਉਹਨਾਂ ਨੇ ਪਾਣੀਆਂ ਦੇ ਇਸ਼ੂ ਦੇ ਉੱਤੇ ਆਲ ਪਾਰਟੀ ਮੀਟਿੰਗ ਸੱਦ ਕੇ ਇੱਕ ਹਾਊਸ ਦਾ ਰੈਜ਼ੋਲੂਸ਼ਨ ਪਾਸ ਕੀਤਾ। ਇਹੋ ਜਿਹਾ ਰੈਜ਼ੋਲੂਸ਼ਨ ਹੁਣ ਤੱਕ ਤੇ ਪੰਜਾਬ ਸਰਕਾਰ ਨੇ, ਨਾ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ, ਨਾ ਪਿਛਲੀ ਸਰਕਾਰ ਨੇ ਕੁਝ ਕੀਤਾ। ਜੇ ਇੰਨਾ ਵੱਡਾ ਮੁੱਦਾ ਵਾ ਤੇ ਕੈਪਟਨ ਜਿਹੜਾ ਹਾਊਸ ਆ ਉਹ ਇਹੋ ਜਿਹੀ ਰੈਜ਼ੋਲੂਸ਼ਨ ਵੀ ਪਾਸ ਕਰ ਸਕਦਾ। ਰੈਜ਼ੋਲੂਸ਼ਨ ਪਾਸ ਕਰ ਸਕਦਾ, ਪਰ ਰੈਜ਼ੋਲੂਸ਼ਨ ਪਾਸ ਕਰਨ ਤੋਂ ਬਾਅਦ ਕਰਨਾ ਤਾਂ ਸੈਂਟਰਲ ਸਰਕਾਰ ਨੇ, ਐਂਡ देयर ਵੀ ਵਿਲ ਹੈਵ ਇਟ ਡਨ। ਵੀ ਆਰ ਇਨ ਦ ਡਿਸਟ੍ਰਿਕਟ। ਵਿਲ ਯੂ ਗੈਟ ਅ ਰੈਜ਼ੋਲੂਸ਼ਨ ਪਾਸਡ asking for one rank one pension in the Punjab Vidhan Sabha? है जी, can we take that assurance from you? We don't need it, we can do it without it. You can do it without it. ਹੁਣੇ ਹੁਸ਼ਿਆਰੀ ਰਿਪੋਰਟ ਰਾਜ ਸਭਾ 'ਚ ਪੇਸ਼ ਹੋਈ ਹੈ 2 ਦਿਨ ਪਹਿਲਾਂ ਜਾਂ 3 ਦਿਨ ਪਹਿਲਾਂ। ਉਹਦੇ 'ਚ ਉਹਨਾਂ ਨੇ ਬੜਾ ਕਲੀਅਰ ਕਿਹਾ ਹੈ ਕਿ ਵਨ ਰੈਂਕ ਵਨ ਪੇ ਦੇ ਵਿੱਚੋਂ ਜੋ ਵੀ ਡਿਫੈਂਸ ਮਿਨਿਸਟਰੀ ਨੇ ਇਨਫੋਰਮੇਸ਼ਨ ਦਿੱਤੀ ਹੈ ਉਹ ਸਾਰੀ ਗੱਲ ਵੀਰੇ ਦੁੱਲੇ ਦਾ ਆਪਣਾ ਸਮਾਂ ਖਤਮ ਹੋ ਗਿਆ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਸ ਡਿਸਕਸ਼ਨ 'ਚ ਹਿੱਸਾ ਲੈਣ ਵਾਸਤੇ ਆਏ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਬਕਾ ਫੌਜੀਆਂ ਦੀਆਂ ਜ਼ਿਆਦਾ ਮੁਸ਼ਕਲਾਂ ਦਾ ਹੱਲ ਕੇਂਦਰ ਸਰਕਾਰ ਨੇ ਕਰਨਾ ਹੈ, ਪਰ ਕੁਝ ਮੁੱਦਿਆਂ ਉੱਤੇ ਪੰਜਾਬ ਸਰਕਾਰ ਜ਼ਰੂਰ ਫੁਰਤੀ ਦਿਖਾ ਸਕਦੀ ਹੈ। ਘੱਟੋ ਘੱਟ ਉਹ ਇਹ ਤਾਂ ਯਕੀਨੀ ਬਣਾ ਹੀ ਸਕਦੀ ਹੈ ਕਿ ਸਾਬਕਾ ਫੌਜੀਆਂ ਨੂੰ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਇੱਜ਼ਤ ਅਤੇ ਮਾਣ ਸਤਿਕਾਰ ਮਿਲ ਸਕੇ। ਇੱਥੇ ਮੈਂ ਫੌਜੀ ਭਰਾਵਾਂ ਨੂੰ ਵੀ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਉਹ ਆਪਣੀ ਵੋਟ ਦਾ ਹੱਕ ਜ਼ਰੂਰ ਇਸਤੇਮਾਲ ਕਰਨ। ਇਸ ਦੇ ਨਾਲ ਹੀ ਅਸੀਂ ਅੱਜ ਦਾ ਡਿਫੈਂਸ ਲਾਈਨ ਖਤਮ ਕਰਦੇ ਹਾਂ। ਸਾਨੂੰ ਆਪਣੀ ਫੀਡਬੈਕ ਜ਼ਰੂਰ ਦੇਣਾ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼।